सत श्री अकाल जी सारिਆਂ ਨੂੰ ਤੇ ਚੈਨਲ ਪੰਜਾਬੀ ਇਨਫੋ ਤੇ ਇੱਕ ਹੋਰ ਨਵੀਂ ਜਾਣਕਾਰੀ ਭਰਪੂਰ ਵੀਡੀਓ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਭੂਚਾਲ ਦੇ ਬਾਰੇ, ਯਾਨੀ ਕਿ ਅਰਥਕੁਇਕ, ਕਿ ਇਸ ਦੇ ਸੰਬੰਧਿਤ ਕੁਝ ਰੌਚਕ ਤੱਥ ਤੁਹਾਡੇ ਨਾਲ ਸਾਂਝੇ ਕਰਾਂਗੇ, ਕੁਝ ਅਜਿਹੀਆਂ ਗੱਲਾਂ ਜੋ ਸ਼ਾਇਦ ਤੁਹਾਨੂੰ ਨਾ ਪਤਾ ਹੋਣ ਤੇ ਇਸ ਦੇ ਨਾਲ ਤੁਹਾਡੀ ਜਾਣਕਾਰੀ ਦੇ ਵਿੱਚ ਵੀ ਵਾਧਾ ਹੋਵੇਗਾ। ਤੇ ਬਾਕੀ ਤੁਸੀਂ ਇਸੇ ਤਰ੍ਹਾਂ ਦੀਆਂ ਹੀ ਜਾਣਕਾਰੀ ਵਾਲੀ ਵੀਡੀਓਜ਼ ਲਗਾਤਾਰ ਇਸ ਚੈਨਲ ਤੇ ਦੇਖਣ ਦੇ ਲਈ ਚੈਨਲ ਪੰਜਾਬੀ ਇਨਫੋ ਨੂੰ ਸਬਸਕ੍ਰਾਈਬ ਕਰ ਸਕਦੇ ਹੋ, ਤਾਂ ਜੋ ਹਰ ਵੀਡੀਓ ਸਮੇਂ-ਸਮੇਂ ਤੇ ਤੁਹਾਡੇ ਤੱਕ ਪਹੁੰਚਦੀ ਰਹੇ। ਤੇ ਹੁਣ ਸ਼ੁਰੂਆਤ ਕਰਦੇ ਹਾਂ ਹੁਣ ਅੱਜ ਦੀ ਇਸ ਵੀਡੀਓ ਦੀ। ਅੱਜ ਕੱਲ੍ਹ ਭਾਰਤ ਦੇ ਨਾਲ ਦੁਨੀਆ ਦੇ ਦੇਸ਼ਾਂ ਦੇ ਵਿੱਚ ਲਗਭਗ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਭੂਚਾਲ ਆਉਂਦੇ ਹੀ ਰਹਿੰਦੇ ਨੇ ਤੇ ਜਿਨ੍ਹਾਂ ਦੇ ਕਾਰਨ ਬਹੁਤ ਹੀ ਵੱਡੇ ਪੱਧਰ ਉੱਪਰ ਜਾਨੀ ਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਤਾਂ ਸਭ ਤੋਂ ਪਹਿਲਾਂ ਤਾਂ ਇਹ ਜਾਣ ਲੈਂਦੇ ਹਾਂ ਕਿ ਭੂਚਾਲ ਕਿਉਂ ਆਉਂਦੇ ਨੇ, ਕੀ ਇਹਦੇ ਪਿੱਛੇ ਕਾਰਨ ਹੁੰਦਾ ਹੈ। ਤੁਹਾਨੂੰ ਇਹ ਦੱਸ ਰਹੀ ਹੈ ਕਿ ਆਪਣੀ ਧਰਤੀ 4 ਪਰਤਾਂ ਦੇ ਵਿੱਚ ਬਣੀ ਹੋਈ ਹੈ, ਜਿਸ ਦੇ ਵਿੱਚ ਇਨਰ ਕੋਰ, ਆਊਟਰ ਕੋਰ, ਮੈਂਟਲ ਤੇ ਇਸ ਤੋਂ ਇਲਾਵਾ ਕਰਸਟ ਕੋਰ ਹੁੰਦੀ ਹੈ। ਕਰਸਟ ਤੇ ਮੈਂਟਲ ਲਿਥੋਸਫੇਅਰ ਕਿਹਾ ਜਾਂਦਾ ਇਹਨਾਂ ਦੋ ਕੋਰਾਂ ਨੂੰ। ਤੇ 50 ਕਿਲੋਮੀਟਰ ਦੀ ਮੋਟੀ ਪਰਤ ਹੁੰਦੀ ਹੈ ਜੋ ਅਲੱਗ-ਅਲੱਗ ਵਰਗਾਂ ਦੇ ਵਿੱਚ ਵੰਡੀ ਹੁੰਦੀ ਹੈ, ਜਿਨ੍ਹਾਂ ਨੂੰ ਟੈਕਟੋਨਿਕਲ ਪਲੇਟਸ ਕਿਹਾ ਜਾਂਦਾ ਹੈ। ਇਹ ਪਲੇਟਾਂ ਵਿੱਚ ਅਕਸਰ ਹੀ ਹਿਲਜੁਲ ਆਉਂਦੀ ਰਹਿੰਦੀ ਹੈ, ਸੋ ਜਿਸ ਦੇ ਕਾਰਨ ਭੂਚਾਲ ਆਉਂਦੇ ਨੇ। ਤੇ ਇਸ ਤੋਂ ਇਲਾਵਾ ਜਮਾਲਾਮੁਖੀ ਫਟਣ, ਉਲਕਾਪਾਤ ਹੋ ਗਿਆ, ਮਾਈਨਿੰਗ ਟੈਸਟ ਜਾਂ ਨਿਊਕਲੀਅਰ ਟੈਸਟ, ਇਹਨਾਂ ਕਾਰਨਾਂ ਕਰਕੇ ਵੀ ਭੂਚਾਲ ਆ ਜਾਂਦੇ ਨੇ। ਤੇ ਹੁਣ ਕੁਝ ਭੂਚਾਲ ਦੇ ਸੰਬੰਧ ਰੌਚਕ ਤੱਥ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਤੁਹਾਨੂੰ ਇਹ ਦੱਸ ਦਈਏ ਕਿ ਭੂਚਾਲ ਹਮੇਸ਼ਾ ਹੀ ਨੁਕਸਾਨ ਦਾ ਕਾਰਨ ਨਹੀਂ ਬਣਦੇ। ਕਈ ਵਾਰ ਕੁਝ ਭੂਚਾਲ ਅਜਿਹੇ ਵੀ ਹੁੰਦੇ ਨੇ ਜਿਨ੍ਹਾਂ ਨਾਲ ਇਨਸਾਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਵੀ ਹੋ ਜਾਂਦਾ ਹੈ। ਤਾਂ ਅਜਿਹੇ ਹੀ ਭੂਚਾਲਾਂ ਦੇ ਨਾਲ ਕਈ ਅਜਿਹੀਆਂ ਝੀਲਾਂ ਬਣੀਆਂ ਹਨ ਜੋ ਪਾਣੀ ਦਾ ਸਰੋਤ ਵੱਖ-ਵੱਖ ਇਲਾਕਿਆਂ ਵਿੱਚ ਬਣੀਆਂ ਹੋਈਆਂ ਨੇ। ਤੇ ਇਸ ਤੋਂ ਇਲਾਵਾ ਕਈ ਅਜਿਹੇ ਖਣਿਜ ਪਦਾਰਥ ਵੀ ਭੂਚਾਲ ਦੇ ਕਾਰਨ ਉੱਪਰ ਆ ਜਾਂਦੇ ਨੇ ਜਿਨ੍ਹਾਂ ਬਾਰੇ ਇਨਸਾਨ ਨੂੰ ਪਹਿਲਾਂ ਨਹੀਂ ਪਤਾ ਹੁੰਦਾ ਹੈ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਧਰਤੀ ਦੇ ਉੱਪਰ ਹਰ ਸਾਲ 5 ਲੱਖ ਤੋਂ ਵੀ ਜ਼ਿਆਦਾ ਭੂਚਾਲ ਆਉਂਦੇ ਨੇ, ਜਿਨ੍ਹਾਂ ਦੇ ਵਿੱਚੋਂ ਸਿਰਫ 1 ਲੱਖ ਭੂਚਾਲਾਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਤੇ ਉਸ ਦੇ ਵਿੱਚੋਂ 100 ਭੂਚਾਲ ਅਜਿਹੇ ਹੁੰਦੇ ਹਨ ਜਿਨ੍ਹਾਂ ਨਾਲ ਬਹੁਤ ਵੱਡੇ ਪੱਧਰ ਉੱਪਰ ਨੁਕਸਾਨ ਹੋ ਜਾਂਦਾ ਹੈ। ਤੇ ਬਾਕੀ ਭੂਚਾਲ ਜ਼ਿਆਦਾਤਰ ਛੋਟੇ ਹੀ ਹੁੰਦੇ ਹਨ। ਤੇ ਦੁਨੀਆ ਵਿੱਚ ਸਭ ਤੋਂ ਜ਼ਿਆਦਾ ਭੂਚਾਲ ਜਾਪਾਨ ਵਿੱਚ ਆਉਂਦੇ ਨੇ, ਜਿੱਥੇ ਹਰ ਸਾਲ ਕਰੀਬ 1000 ਤੋਂ ਜ਼ਿਆਦਾ ਭੂਚਾਲ ਆਉਂਦੇ ਨੇ। ਤੇ ਇਸ ਤੋਂ ਬਾਅਦ ਨਿਊਜ਼ੀਲੈਂਡ, ਅਲਾਸਕਾ ਤੇ ਉੱਤਰੀ ਅਮਰੀਕਾ ਵਿੱਚ ਵੀ ਬਹੁਤ ਵੱਡੀ ਗਿਣਤੀ ਵਿੱਚ ਭੂਚਾਲ ਆਉਂਦੇ ਨੇ। ਪ੍ਰਿਥਵੀ 'ਤੇ ਹੁਣ ਤੱਕ ਦਾ ਸਭ ਤੋਂ ਵੱਡਾ ਖਤਰਨਾਕ ਭੂਚਾਲ 1960 ਈਸਵੀ ਵਿੱਚ ਚਿਲੀ ਦੇਸ਼ ਵਿੱਚ ਆਇਆ ਸੀ, ਜਿਸ ਦੀ ਤੀਬਰਤਾ 9.5 ਦਰਜ ਕੀਤੀ ਗਈ ਸੀ। ਜੇਕਰ ਨੁਕਸਾਨ ਦੇ ਮਾਮਲੇ ਵਿੱਚ ਦੇਖਿਆ ਜਾਵੇ ਤਾਂ ਸਭ ਤੋਂ ਵੱਡਾ ਭੂਚਾਲ 1956 ਵਿੱਚ ਚੀਨ ਵਿੱਚ ਆਇਆ ਸੀ, ਜਿਸ ਦੇ ਵਿੱਚ ਕਰੀਬ 8,30,000 ਲੋਕਾਂ ਦੀ ਮੌਤ ਹੋ ਗਈ ਸੀ। ਭਾਰਤ ਦੇ ਗੁਜਰਾਤ ਸੂਬੇ ਦੇ ਵਿੱਚ ਦੇ ਭੁਜ ਦੇ ਇਲਾਕੇ ਵਿੱਚ ਆਏ 26 ਜਨਵਰੀ 2001 ਦੇ ਭੂਚਾਲ ਨੂੰ ਕੌਣ ਭੁੱਲ ਸਕਦਾ ਹੈ, ਜਿਸ ਦੀ ਤੀਬਰਤਾ 7.9 ਸੀ ਤੇ ਜਿਸ ਦੇ ਕਾਰਨ 1 ਲੱਖ ਲੋਕਾਂ ਨੇ ਆਪਣੀ ਜਾਨ ਗਵਾਈ ਸੀ। ਤੇ ਇਸ ਭੂਚਾਲ ਦੇ ਝਟਕੇ ਭਾਰਤ, ਪਾਕਿਸਤਾਨ ਦੇ ਨਾਲ ਨੇਪਾਲ ਤੱਕ ਮਹਿਸੂਸ ਕੀਤੇ ਗਏ ਸਨ। ਤੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਕਈ ਵਾਰ ਭੂਚਾਲਾਂ ਦੇ ਕਾਰਨ ਨਦੀ ਵੀ ਆਪਣਾ ਪ੍ਰਵਾਹ ਬਦਲ ਲੈਂਦੀ ਹੈ, ਭਾਵ ਕਿ ਉਲਟੀ ਦਿਸ਼ਾ ਵਿੱਚ ਵਹਿਣ ਲੱਗ ਜਾਂਦੀ ਹੈ, ਜਿਸ ਦੇ ਕਾਰਨ ਬਹੁਤ ਹੀ ਵੱਡਾ ਨੁਕਸਾਨ ਹੋ ਜਾਂਦਾ ਹੈ। ਅਜਿਹਾ ਹੀ ਕੁਛ 1811 ਈਸਵੀ ਵਿੱਚ ਹੋਇਆ ਸੀ, ਜਦੋਂ ਇੱਕ ਬਹੁਤ ਹੀ ਜ਼ਿਆਦਾ ਵੱਡੀ ਤੀਬਰਤਾ ਵਾਲੇ ਭੂਚਾਲ ਨੇ ਅਮਰੀਕਾ ਦੀ ਮਿਸਿਸਿਪੀ ਰਿਵਰ ਦੀ ਇਹਦਾ ਵਹਿਣ ਉਲਟਾ ਕਰ ਦਿੱਤਾ ਸੀ, ਭਾਵ ਕਿ ਉਹ ਨਦੀ ਉਲਟ ਦਿਸ਼ਾ ਵੱਲ ਨੂੰ ਪਾਣੀ ਵਗਣ ਲੱਗ ਗਿਆ ਸੀ। ਸੰਨ 1950 ਦੇ ਵਿੱਚ ਅਸਮ ਵਿੱਚ ਆਏ ਇੱਕ ਭੂਚਾਲ ਦੀ ਵਜ੍ਹਾ ਕਰਕੇ ਬ੍ਰਹਮਪੁੱਤਰਾ ਅਤੇ ਉਸਦੀਆਂ ਹੋਰ ਨਾਲ ਦੀਆਂ ਨਦੀਆਂ ਦੇ ਵਿੱਚ ਹੜ੍ਹਾਂ ਵਰਗੀ ਸਥਿਤੀ ਪੈਦਾ ਹੋ ਗਈ ਸੀ। ਇਸੇ ਤਰ੍ਹਾਂ ਜਦੋਂ ਸਮੁੰਦਰ ਵਿੱਚ ਭੂਚਾਲ ਆਉਂਦਾ ਹੈ ਤਾਂ ਸੁਨਾਮੀ ਉਤਪੰਨ ਹੁੰਦੀ ਹੈ, ਜਿਸ ਦੇ ਕਾਰਨ ਬਹੁਤ ਨੁਕਸਾਨ ਹੁੰਦਾ ਹੈ। ਅਤੇ ਇਸ ਦਾ ਵੱਡਾ ਉਦਾਹਰਨ ਹਿੰਦ ਮਹਾਸਾਗਰ 26 ਦਸੰਬਰ 2004 ਨੂੰ ਇੰਡੋਨੇਸ਼ੀਆ ਵਿੱਚ ਭੂਚਾਲ ਆਉਣ ਦੇ ਕਾਰਨ ਹਿੰਦ ਮਹਾਸਾਗਰ ਨੇ ਭਾਰੀ ਮਾਤਰਾ ਵਿੱਚ ਤਬਾਹੀ ਕੀਤੀ ਅਤੇ ਸੁਨਾਮੀ ਪੈਦਾ ਹੋਈ ਸੀ, ਜਿਸ ਦੇ ਕਾਰਨ ਕਰੀਬ 2.5 ਲੱਖ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਤੇ ਇਹ ਭੂਚਾਲ ਸਭ ਤੋਂ ਜ਼ਿਆਦਾ ਵੱਡਾ ਤੀਬਰਤਾ ਵਾਲਾ ਸੀ, ਜਿਹੜਾ ਕਿ ਸਭ ਤੋਂ ਲੰਬੇ ਸਮੇਂ ਤੱਕ ਟਿਕਿਆ ਸੀ ਤੇ 10 ਮਿੰਟ ਤੱਕ ਭੂਚਾਲ ਚੱਲਿਆ ਸੀ ਲਗਾਤਾਰ। ਤੇ ਇਸ ਤੋਂ ਇਲਾਵਾ ਭੂਚਾਲਾਂ ਦੇ ਕਾਰਨ ਕਈ ਵਾਰ ਮਿੱਟੀ ਖਿਸਕਣ ਦੇ ਵੀ ਘਟਨਾਵਾਂ ਹੁੰਦੀਆਂ ਨੇ, ਜਿਨ੍ਹਾਂ ਨਾਲ ਵੀ ਵੱਡੇ ਪੱਧਰ ਉੱਪਰ ਨੁਕਸਾਨ ਹੋ ਜਾਂਦਾ ਹੈ। ਤੁਹਾਨੂੰ ਇਹ ਦੱਸ ਦਈਏ ਕਿ ਭੂਚਾਲ ਆਉਣ ਤੋਂ ਪਹਿਲਾਂ ਹੀ ਨਦੀਆਂ, ਨਾਲੇ, ਤਲਾਬਾਂ ਦੇ ਵਿੱਚੋਂ ਅਜੀਬ ਜਿਹੀ ਸਮੈਲ ਆਉਣ ਲੱਗਦੀ ਹੈ, ਕਿਉਂਕਿ ਇਸ ਕਰਕੇ ਹੁੰਦਾ ਹੈ ਪ੍ਰਿਥਵੀ ਜਿਹੜੀ ਆਪਣੇ ਵਿੱਚੋਂ ਗੈਸ ਬਾਹਰ ਕੱਢਣ ਲੱਗ ਜਾਂਦੀ ਹੈ, ਤੇ ਜਿਸ ਦੇ ਨਾਲ ਭੂਚਾਲ ਆਉਣ ਬਾਰੇ ਕੁਝ ਹੱਦ ਤੱਕ ਪਹਿਲਾਂ ਪਤਾ ਲਗਾਇਆ ਜਾ ਸਕਦਾ ਹੈ। ਪਰ ਭੂਚਾਲ ਇੱਕ ਅਜਿਹੀ ਕੁਦਰਤੀ ਘਟਨਾ ਹੈ ਜਿਸ ਦੇ ਬਾਰੇ ਕੁਝ ਮਿੰਟ ਤੱਕ ਪਹਿਲਾਂ ਹੀ ਪਤਾ ਲਗਾਇਆ ਜਾ ਸਕਦਾ ਹੈ, ਜਾਂ ਫਿਰ ਕਈ ਵਾਰ ਇਸ ਦਾ ਪਤਾ ਲੱਗਦਾ ਵੀ ਨਹੀਂ। ਤਾਂ ਕਰਕੇ ਇਸ ਭੂਚਾਲ ਦੇ ਕਾਰਨ ਵੱਡੇ ਪੱਧਰ ਉੱਪਰ ਤਬਾਹੀ ਹੋ ਜਾਂਦੀ ਹੈ।
ਤੇ ਕਈ ਵਾਰ ਭੁਚਾਲ ਇਨਸਾਨਾਂ ਦੇ ਲਈ ਕਾਫੀ ਫਾਇਦੇਮੰਦ ਵੀ ਹੋ ਜਾਂਦਾ ਹੈ। ਉਸ ਦੇ ਨਾਲ ਕਈ ਤਰ੍ਹਾਂ ਦੇ ਖਣਿਜ ਤੱਤ ਜਾਂ ਕਈ ਹੋਰ ਕੁਦਰਤੀ ਜਿਹੜੀਆਂ ਸਮੱਗਰੀਆਂ ਧਰਤੀ ਦੇ ਵਿੱਚ ਹੇਠਾਂ ਛੁਪੀਆਂ ਹੁੰਦੀਆਂ ਨੇ ਤਾਂ ਉਹ ਵੀ ਬਾਹਰ ਆ ਜਾਂਦੀਆਂ ਨੇ, ਜਿਨ੍ਹਾਂ ਨੂੰ ਇਨਸਾਨਾਂ ਅਤੇ ਵਿਗਿਆਨੀਆਂ ਨੂੰ ਇਸ ਦੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ। ਸੋ ਇਸ ਤਰ੍ਹਾਂ ਭੁਚਾਲ ਜ਼ਿਆਦਾਤਰ ਨੁਕਸਾਨ ਦਾ ਕਾਰਨ ਬਣਦੇ ਨੇ ਅਤੇ ਜਾਨੀ ਅਤੇ ਮਾਲੀ ਬਹੁਤ ਵੱਡਾ ਨੁਕਸਾਨ ਕਰ ਜਾਂਦੇ ਨੇ। ਸੋ ਇਹ ਸੀ ਇਸ ਦੇ ਸੰਬੰਧਿਤ ਜਾਣਕਾਰੀ। ਤੇ ਤੁਹਾਨੂੰ ਜਾਂਦੇ ਜਾਂਦੇ ਇਹ ਵੀ ਦੱਸ ਜਾਈਏ ਕਿ ਜਿਵੇਂ ਧਰਤੀ ਦੇ ਉੱਪਰ ਭੁਚਾਲ ਆਉਣ ਨੂੰ ਅਰਥਕੁਇਕ ਕਿਹਾ ਜਾਂਦਾ, ਤਾਂ ਉਸੇ ਤਰ੍ਹਾਂ ਚੰਦਰਮਾ 'ਤੇ ਭੁਚਾਲ ਆਉਣ ਨੂੰ ਮੂਨਕੁਇਕ ਕਿਹਾ ਜਾਂਦਾ ਹੈ। ਸੋ ਉਮੀਦ ਹੈ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ। ਤੇ ਹੁਣ ਇਜਾਜ਼ਤ ਦਿਓ ਤੇ ਲਗਾਤਾਰ ਚੈਨਲ ਨਾਲ ਬਣੇ ਰਹੋ ਤਾਂ ਜੋ ਇਸੇ ਤਰ੍ਹਾਂ ਦੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ। ਧੰਨਵਾਦ ਜੀ।